ਕਾਂਗਰਸ ਛੱਡ ਕੇ ਤੁਸੀਂ ਮਤਲਬ ਇੰਨੇ ਪੁਰਾਣੇ ਯੂਥ ਆਗੂ ਇੱਧਰ ਕਿਉਂ ਆਣਾ ਪੈ ਗਿਆ? ਇਲੈਕਟਿਡ ਪਹਿਲਾਂ ਐਨਐਸਯੂਆਈ ਦੀ ਸੂਬੇ ਦੀ ਪ੍ਰਧਾਨ ਰਹੀਆਂ, ਉਸ ਤੋਂ ਬਾਅਦ ਯੂਥ ਕਾਂਗਰਸ ਦੀ ਵਾਈਸ ਪ੍ਰਧਾਨ ਰਹੀਆਂ, 2 ਵਾਰ ਨੈਸ਼ਨਲ ਸੈਕਟਰੀ ਰਹੀਆਂ। ਪਰ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਇੱਕ ਲੀਡਰ ਬਾਕੀ ਸਾਰੀ ਹਾਈ ਕਮਾਂਡ ਔਰ ਸਾਰਿਆਂ ਤੇ ਭਾਰੂ ਪੈ ਗਿਆ ਹੈ, ਇੱਕ ਲੀਡਰ ਦੀ ਈਗੋ ਸੈਟੀਸਫਾਈ ਕਰਨ ਲਈ ਬਾਕੀ ਸਾਰੀ ਹਾਈ ਕਮਾਂਡ ਉਸ ਦੀ ਕਠਪੁਤਲੀ ਬਣ ਕੇ ਰਹਿ ਗਈ। ਮਿਹਨਤ ਦੇ ਉੱਪਰ ਪਰਿਵਾਰਵਾਦ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਮੈਂ ਉਸ ਚੀਜ਼ 'ਚ ਘੁਟਨ ਮਹਿਸੂਸ ਵੀ ਹੋਈ ਔਰ ਅਫਸੋਸ ਵੀ ਮਹਿਸੂਸ ਹੋਇਆ ਔਰ ਮੈਨੂੰ ਇਹ ਲੱਗਾ ਕਿ ਮੇਰੀ ਲੜਾਈ ਹੁਣ ਉਹ ਲੀਡਰਸ਼ਿਪ ਨਹੀਂ ਲੜ ਸਕਦੀ ਤੇ ਪਰਿਵਾਰਵਾਦ ਹੀ ਚੱਲਣਾ ਹੈ। ਜੇ ਲੀਡਰਾਂ ਦੇ ਬੱਚਿਆਂ ਨੂੰ ਹੀ ਸਾਡੇ ਉੱਪਰ ਜਿਹੜੀ ਹੈ ਪ੍ਰਾਇਰਟੀ ਦਿੱਤੀ ਜਾਣੀ ਹੈ ਤਾਂ ਫਿਰ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਉੱਥੇ ਮੈਨੂੰ ਇਹ ਮਹਿਸੂਸ ਹੋਇਆ ਕਿ ਉੱਥੇ ਕੰਮ ਵੀ ਕਰ ਲਓ ਤੇ ਅਖੀਰ ਵਿੱਚ ਕਿਸੇ ਲੀਡਰ ਦੇ ਬੱਚੇ ਨੇ ਆ ਕੇ ਉੱਥੇ ਤੁਹਾਡੀ ਮਿਹਨਤ ਨੂੰ ਖਤਮ ਕਰ ਮਿਹਨਤ ਤੇ ਜਿਹੜਾ ਹੈਗਾ ਧਾਵਾ ਬੋਲ ਦੇਣਾ ਜਾਂ ਤੁਹਾਡਾ ਹੱਕ ਮਾਰ ਦੇਣਾ। ਦਾਮਨ ਬਾਜਵਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਦਾਮਨ, ਬੀਜੇਪੀ ਚਾਣ ਦਾ ਕੀ ਕਾਰਨ ਰਿਹਾ? ਮਤਲਬ ਕਾਂਗਰਸ ਛੱਡ ਕੇ ਤੁਸੀਂ ਮਤਲਬ ਇੰਨੇ ਪੁਰਾਣੇ ਯੂਥ ਆਗੂ ਇੱਧਰ ਕਿਉਂ ਆਣਾ ਪੈ ਗਿਆ ਤੁਹਾਨੂੰ? ਸਰ ਮੈਂ ਕਾਂਗਰਸ ਪਾਰਟੀ ਵਿੱਚ ਆਪਣਾ ਪੋਲੀਟੀਕਲ ਕਰੀਅਰ ਸ਼ੁਰੂ ਕੀਤਾ ਸੀ ਔਰ ਹਰ ਅਹੁਦਾ ਜਿਹੜਾ ਮੈਂ ਲਿਆ ਮੈਂ ਆਪਣੀ ਮਿਹਨਤ ਨਾਲ ਲਿਆ। ਇਲੈਕਟਿਡ ਪਹਿਲਾਂ ਐਨਐਸਯੂਆਈ ਦੀ ਸੂਬੇ ਦੀ ਪ੍ਰਧਾਨ ਰਹੀਆਂ, ਉਸ ਤੋਂ ਬਾਅਦ ਯੂਥ ਕਾਂਗਰਸ ਦੀ ਵਾਈਸ ਪ੍ਰਧਾਨ ਰਹੀਆਂ, 2 ਵਾਰ ਨੈਸ਼ਨਲ ਸੈਕਟਰੀ ਰਹੀਆਂ। ਪਰ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਇੱਕ ਲੀਡਰ ਬਾਕੀ ਸਾਰੀ ਹਾਈ ਕਮਾਂਡ ਔਰ ਸਾਰਿਆਂ ਤੇ ਭਾਰੂ ਪੈ ਗਿਆ ਹੈ, ਇੱਕ ਲੀਡਰ ਦੀ ਈਗੋ ਸੈਟੀਸਫਾਈ ਕਰਨ ਲਈ ਬਾਕੀ ਸਾਰੀ ਹਾਈ ਕਮਾਂਡ ਉਸ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ, ਮਿਹਨਤ ਦੇ ਉੱਪਰ ਪਰਿਵਾਰਵਾਦ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਮੈਂ ਉਸ ਚੀਜ਼ 'ਚ ਘੁਟਨ ਮਹਿਸੂਸ ਵੀ ਹੋਈ ਔਰ ਅਫਸੋਸ ਵੀ ਮਹਿਸੂਸ ਹੋਇਆ ਔਰ ਮੈਨੂੰ ਇਹ ਲੱਗਾ ਕਿ ਮੇਰੀ ਲੜਾਈ ਹੁਣ ਉਹ ਲੀਡਰਸ਼ਿਪ ਨਹੀਂ ਲੜ ਸਕਦੀ ਕਿਉਂਕਿ ਅਸੀਂ ਆਮ ਘਰਾਂ ਦੇ ਨੌਜਵਾਨ ਹਾਂ, ਅਸੀਂ ਮਿਹਨਤ ਕਰਦੇ ਹਾਂ ਤਾਂ ਕਿ ਸਾਨੂੰ ਵੀ ਅੱਗੇ ਆਉਣ ਦੇ ਬਰਾਬਰ ਮੌਕਾ ਮਿਲੇ। ਅਸੀਂ ਆਪਣੇ ਇਲਾਕਿਆਂ ਵਾਸਤੇ ਕੋਈ ਕੰਮ ਕਰਨਾ ਚਾਹੁੰਦੇ ਹਾਂ ਪਰ ਉਹ ਤਾਂ ਹੀ ਹੋਵਾਂਗੇ ਜੇ ਅਸੀਂ ਤਾਕਤਵਰ ਹੋਵਾਂਗੇ। ਪਰ ਜੇ ਉੱਥੇ ਪਰਿਵਾਰਵਾਦ ਹੀ ਚੱਲਣਾ ਹੈ, ਜੇ ਲੀਡਰਾਂ ਦੇ ਬੱਚਿਆਂ ਨੂੰ ਹੀ ਸਾਡੇ ਉੱਪਰ ਜਿਹੜੀ ਹੈ ਪ੍ਰਾਇਰਟੀ ਦਿੱਤੀ ਜਾਣੀ ਹੈ ਤਾਂ ਫਿਰ ਉੱਥੇ ਰਹਿਣ ਦਾ ਕੋਈ ਫਾਇਦਾ ਨਹੀਂ। ਹੁਣ ਟਿਕਟ ਦੀ ਦਾਅਵੇਦਾਰੀ ਸੀ ਤੁਹਾਡੀ, ਟਿਕਟ ਤਾਂ ਹੁਣ ਨਹੀਂ ਰਿਹਾ, ਪਰ ਹੁਣ ਫਿਰ ਬੀਜੇਪੀ ਜਾ ਕੇ ਕੀ ਫਾਇਦਾ ਹੋਵੇਗਾ? ਨਹੀਂ, ਮੈਂ ਕੋਈ ਟਿਕਟ ਦੀ ਚਾਹ ਕਰਕੇ ਜਾਂ ਇਲੈਕਸ਼ਨ ਲੜਨ ਕਰਕੇ ਨਹੀਂ ਇਸ ਪਾਸੇ ਆਈ। ਮੈਂ ਕੰਮ ਕੀਤਾ ਔਰ ਮੈਂ ਆਪਣੇ ਕੰਮ ਨੂੰ ਰੈਕਗਨੀਸ਼ਨ ਦਿਵਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਜੇ ਮੈਂ ਚੰਗਾ ਕੰਮ ਕਰੂੰਗੀ ਤਾਂ ਮੈਂ ਇਸ ਪਾਸੇ ਅੱਗੇ। ਉੱਥੇ ਮੈਨੂੰ ਇਹ ਮਹਿਸੂਸ ਹੋਇਆ ਕਿ ਉੱਥੇ ਕੰਮ ਵੀ ਕਰ ਲਓ ਤੇ ਅਖੀਰ ਵਿੱਚ ਕਿਸੇ ਲੀਡਰ ਦੇ ਬੱਚੇ ਨੇ ਆ ਕੇ ਉੱਥੇ ਤੁਹਾਡੀ ਮਿਹਨਤ ਨੂੰ ਖਤਮ ਕਰ ਮਿਹਨਤ ਤੇ ਜਿਹੜਾ ਹੈਗਾ ਧਾਵਾ ਬੋਲ ਦੇਣਾ ਜਾਂ ਤੁਹਾਡਾ ਹੱਕ ਮਾਰ ਲੈਣਾ। ਸੋ ਉਸ ਚੀਜ਼ ਤੋਂ ਬਚਣ ਲਈ ਮੈਂ ਇਸ ਪਾਸੇ ਆਈ ਜੀ। ਪਰ ਕਾਂਗਰਸ ਤੋਂ ਤੁਸੀਂ ਜਿਹੜਾ ਹੈ ਇੰਨਾ ਲੰਬਾ ਤੁਹਾਡਾ ਕਰੀਅਰ, ਤੁਹਾਡੀ ਫੈਮਿਲੀ ਜਿਹੜੀ ਹੈ ਪੂਰੀ ਤਰ੍ਹਾਂ ਕਾਂਗਰਸ ਵਿੱਚ ਇਨਵੋਲਵ ਹੈ, ਅਜਿਹੇ ਟਾਈਮ ਵਿੱਚ ਤੁਸੀਂ ਬੀਜੇਪੀ ਵਿੱਚ ਆਏ ਹੋ ਤੇ ਬੀਜੇਪੀ ਨਾਲ ਫਾਈਨਲ ਗੱਲਬਾਤ ਕੀ ਹੋਈ ਹੈ ਉਹ ਤਾਂ ਦੱਸ ਦਿਓ। ਨਹੀਂ, ਮੇਰੀ ਕੋਈ ਗੱਲਬਾਤ ਨਹੀਂ ਹੋਈ। ਮੈਂ ਅਨਕੰਡੀਸ਼ਨਲੀ ਵਿਦਆਊਟ ਐਨੀ ਕੰਡੀਸ਼ਨ ਇਸ ਪਾਰਟੀ ਨੂੰ ਜੁਆਇਨ ਕੀਤਾ ਹੈ ਔਰ ਸਿਰਫ ਇੱਕੋ ਹੀ ਗੱਲ ਤੇ ਜੁਆਇਨ ਕੀਤਾ ਹੈ ਕਿ ਤੁਸੀਂ ਮੇਰਾ ਕੰਮ ਵੇਖਿਓ, ਜੇ ਤੁਹਾਨੂੰ ਲੱਗੂਗਾ ਕਿ ਮੈਂ ਕੰਮ ਕਰ ਸਕਦੀ ਹਾਂ। ਔਰ ਦੂਜੀ ਜਿਹੜੀ ਮੇਰੀ ਗੱਲ ਹੋਈ ਹੈ ਉਹ ਸੁਨਾਮ ਦੇ ਨੂੰ ਮੁੱਖ ਰੱਖ ਕੇ ਹੋਈ ਹੈ। ਸੁਨਾਮ ਇਜ਼ ਮਾਈ ਓਨਲੀ ਪ੍ਰਾਇਰਟੀ। ਮੈਂ ਸ਼ੇਖਾਵਤ ਜੀ ਨੂੰ ਵੀ ਰਿਕੁਐਸਟ ਕੀਤੀ ਸੀ, ਮੈਂ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਉੱਥੇ ਕੁਝ ਵੱਡੇ ਪ੍ਰੋਜੈਕਟਸ ਜਾਂ ਕੋਈ ਵੱਡੀ ਕੋਈ ਜਿਹੜੀ ਹੈਗੀ ਹੈ ਡਿਵੈਲਪਮੈਂਟ ਦੇ ਕੰਮ ਕਰਵਾਉਣਾ ਚਾਹੁੰਦੀ ਹਾਂ। ਸੋ ਦੈਟ ਇਜ਼ ਮਾਈ ਪ੍ਰਾਇਰਟੀ, ਉਹੀ ਮੇਰੀ ਹਮੇਸ਼ਾ ਤਰਜੀਹ ਰਹੇਗੀ। ਲਾਸਟ ਕੁਐਸਚਨ ਹੈ ਕਿ ਬੀਜੇਪੀ ਪਿਛਲੀ ਵਾਰ ਜਿਹੜਾ ਹੈ ਸਿਰਫ 2-3 ਵਿਧਾਇਕਾਂ ਵਾਲੀ ਪਾਰਟੀ ਸੀ, ਇਸ ਵਾਰ ਬੀਜੇਪੀ ਤੋਂ ਕੀ ਉਮੀਦਾਂ ਹੈ ਤੁਹਾਨੂੰ? ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਬਾਕੀ ਪਾਰਟੀਜ਼ ਵਿੱਚ ਜਿਸ ਤਰੀਕੇ ਨਾਲ ਬਿਲਕੁਲ ਹੀ ਟਿਕਟਸ ਦੀ ਵੰਡ ਵਿੱਚ ਇੰਨੀ ਜ਼ਿਆਦਾ ਕਰਪਸ਼ਨ ਹੋਈ ਹੈ, ਇੰਨੀ ਤਰੀਕੇ ਨਾਲ ਨੌਜਵਾਨਾਂ ਨੂੰ, ਔਰਤਾਂ ਨੂੰ ਪਿੱਛੇ ਰੱਖਿਆ ਗਿਆ ਹੈ ਔਰ ਬੀਜੇਪੀ ਬਹੁਤ ਹੀ ਅਗਰੈਸਿਵਲੀ ਇਸ ਪਾਸੇ ਅੱਗੇ ਆ ਰਹੀ ਹੈ, ਬਹੁਤ ਅਗਰੈਸਿਵਲੀ ਗਰਾਊਂਡ ਤੇ ਕੰਮ ਕਰ ਰਹੀ ਹੈ। ਮੈਨੂੰ ਬਹੁਤ ਵੱਡੀਆਂ ਉਮੀਦਾਂ ਹੈ ਬੀਜੇਪੀ ਤੋਂ ਚੰਗੀ ਪਰਫਾਰਮ ਕਰਨਗੇ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਦਾਮਨ ਬਾਜਵਾ ਜਿਹੜੇ ਹੈ ਉਹ ਬੀਜੇਪੀ ਤੋਂ ਕਾਫੀ ਉਮੀਦਾਂ ਕਰ ਰਹੇ ਨੇ ਕਿ ਬੀਜੇਪੀ 'ਚ ਆ ਕੇ ਉਹਨਾਂ ਦਾ ਬਿਹਤਰ ਭਵਿੱਖ ਹੋਵੇਗਾ ਤੇ ਸੁਨਾਮ ਦਾ ਬਿਹਤਰ ਭਵਿੱਖ ਹੋਵੇਗਾ, ਸੁਨਾਮ ਵਿੱਚ ਉਹ ਕੰਮ ਆਪਣੇ ਕਰ ਸਕਣਗੇ। ਕੈਮਰਾਮੈਨ ਰਜਤ ਦੇ ਨਾਲ ਸ਼ਰਮਿਤ, ਜਗਬਾਣੀ ਟੀਵੀ, ਚੰਡੀਗੜ੍ਹ।